स्वागत है ਤੇ ਗੱਲ ਕਰਾਂਗੇ ਲੁਧਿਆਣਾ ਬਲਾਸਟ ਮਾਮਲੇ ਦੀ ਜਿਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਬਲਾਸਟ ਕੇਸ ਦੇ ਵਿੱਚ ਐਨਆਈਏ ਨੇ ਮਾਮਲਾ ਦਰਜ ਕੀਤਾ ਹੈ ਔਰ ਐਫਆਈਆਰ ਦੇ ਵਿੱਚ ਗਗਨਦੀਪ ਅਤੇ ਜਸਵਿੰਦਰ ਮੁਲਤਾਨੀ ਦਾ ਨਾਮ ਦਰਜ ਕੀਤਾ ਗਿਆ। ਮੁਲਤਾਨੀ ਤੋਂ ਪੁੱਛਗਿੱਛ ਲਈ ਜਰਮਨੀ ਵੀ ਜਾਵੇਗੀ ਐਨਆਈਏ ਦੀ ਟੀਮ। ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਦੱਸ ਦਈਏ ਕਿ ਜਰਮਨੀ ਦੇ ਵਿੱਚ ਮੁਲਤਾਨੀ ਨੂੰ गिरफ्तार किया गया सी, हिरासत च लिया गया सी। ASO SFJ ਦੇ ਗੁਰਪਤਵੰਤ ਪੰਨੂ ਦਾ ਕਰੀਬੀ ਹੈ ਮੁਲਤਾਨੀ। ਇਹ ਮਾਮਲਾ ਲੁਧਿਆਣਾ ਦੇ ਵਿੱਚ ਜਦੋਂ ਕੋਰਟ ਕੰਪਲੈਕਸ ਦੇ ਵਿੱਚ ਬੰਬ ਧਮਾਕਾ ਹੁੰਦਾ ਹੈ। ਹਾਲਾਂਕਿ ਮੁੱਢਲੀ ਤਫਤੀਸ਼ 'ਚ ਸਾਹਮਣੇ ਨਹੀਂ ਆਇਆ ਕਿ ਆਖਿਰਕਾਰ ਇਹ ਧਮਾਕਾ ਕਿਸਨੇ ਕਰਵਾਇਆ ਤੇ ਕਿਉਂ ਹੋਇਆ ਔਰ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ। ਪਰ ਹੌਲੀ ਹੌਲੀ ਜਿਹੜੀ ਉੱਥੋਂ ਤਾਰ ਜੁੜਦੇ ਨਜ਼ਰ ਆਏ, ਡੋਂਗਲ ਬਰਾਮਦ ਹੋਈ ਤਾਂ ਉੱਥੋਂ ਇਹ ਸਾਰੇ ਪਰਦੇ ਜਿਹੜੇ ਨੇ ਉਹ ਖੁੱਲੇ ਨੇ ਕਿ ਆਖਿਰਕਾਰ ਉਸ ਦਾ ਨਾਮ ਗਗਨਦੀਪ ਸੀ, ਖੰਨਾ ਦਾ ਰਹਿਣ ਵਾਲਾ ਸੀ ਔਰ ਗਗਨਦੀਪ ਦੇ ਸੰਬੰਧ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਅਜਿਹੇ ਗੈਂਗਸਟਰਾਂ ਦੇ ਨਾਲ ਬਣੇ ਜਿਨ੍ਹਾਂ ਦੇ ਤਾਰ ਸਿੱਧੇ ਵਿਦੇਸ਼ ਤੱਕ ਜੁੜਦੇ ਸਨ। ਔਰ ਉਸ ਤੋਂ ਬਾਅਦ ਖੁਲਾਸਾ ਹੁੰਦਾ ਹੈ ਕਿ ਜਰਮਨੀ ਦੇ ਵਿੱਚ ਜਿਹੜਾ ਬੈਠਾ ਹੋਇਆ ਮੁਲਤਾਨੀ ਹੈ ਸੋ ਉਸ ਦੇ ਨਾਲ ਸੰਪਰਕ ਦੇ ਵਿੱਚ ਆਇਆ ਔਰ ਕੁਝ ਪੈਸਿਆਂ ਦਾ ਲੈਣ ਦੇਣ ਵੀ ਹੋਇਆ। ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਸਿੱਧੇ ਤੌਰ ਤੇ ਉਹ ਸਾਰਾ ਵਿਸਫੋਟ ਜਿਹੜਾ ਤਾਈਓ ਬਰਾਮਦ ਹੋਇਆ, ਯਾਨੀ ਕਿ ਵਿਸਫੋਟ ਦਿੱਤਾ ਗਿਆ ਔਰ ਉਸ ਵਿਸਫੋਟ ਦੇ ਜ਼ਰੀਏ ਹੀ ਉਹ ਬੰਬ ਧਮਾਕਾ ਕਰਵਾਇਆ ਗਿਆ। ਤੇ ਸਿੱਧੇ ਤੌਰ ਤੇ ਹੁਣ ਐਸਐਫਜੇ ਦੇ ਗੁਰਪਤਵੰਤ ਪੰਨੂ ਦਾ ਵੀ ਕਰੀਬੀ ਹੈ ਮੁਲਤਾਨੀ। ਤੋਂ ਹੁਣ ਜਿਹੜਾ ਮਾਮਲਾ ਸਿੱਧੇ ਤੌਰ ਤੇ ਸਾਰਾ ਐਨਆਈਏ ਦੇ ਵੱਲੋਂ ਟੇਕ ਓਵਰ ਕਰ ਲਿਆ ਗਿਆ ਔਰ ਇਸ ਦੇ ਵਿੱਚ ਤਾਰ ਜਿਹੜੇ ਨੇ ਉਹ ਜੁੜਦੇ ਹੋਏ ਹੁਣ ਨਜ਼ਰ ਆ ਰਹੇ ਨੇ। ਤੇ ਜਰਮਨੀ ਦੇ ਵਿੱਚ ਜਾ ਕੇ ਮੁਲਤਾਨੀ ਤੋਂ ਸਵਾਲ ਜਵਾਬ ਇਸ ਬਾਬਤ ਸਾਰੇ ਕੀਤੇ ਜਾਣਗੇ ਕਿ ਕਿਉਂ ਇਹ ਸਾਰਾ ਕੁਝ ਕਰਵਾਇਆ ਗਿਆ ਔਰ ਇਸ ਦੇ ਕੀ ਕੁਝ ਅੱਗੇ ਦੇ ਜਵਾਬ ਨੇ, ਕਿਉਂਕਿ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਹੋਰ ਵੀ ਅਣਸੁਖਾਵੀਆਂ ਘਟਨਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਘੜੀਆਂ ਜਾ ਰਹੀਆਂ ਨੇ। ਇਸ ਦੇ ਵੀ ਕਈ ਤਰ੍ਹਾਂ ਦੇ ਖਦਸ਼ੇ ਹੁਣ ਤੱਕ ਐਨਆਈਏ ਦੀ ਟੀਮ ਨੂੰ ਨੇ। ਤੇ ਸਾਫ਼ ਤੌਰ ਤੇ ਹੁਣ ਜਿਹੜਾ ਨਜ਼ਰ ਆ ਰਿਹਾ ਹੈ ਕਿ ਆਖਿਰਕਾਰ ਕਈ ਵੱਡੇ ਖੁਲਾਸੇ ਜਰਮਨੀ ਦੇ ਵਿੱਚ ਜਾ ਕੇ ਵੀ ਹੋ ਸਕਦੇ ਨੇ। ਲੋੜ ਪੈਂਦੀ ਹੈ ਤਾਂ ਜਰਮਨੀ ਵੀ ਐਨਆਈਏ ਦੀ ਟੀਮ ਜਾਵੇਗੀ। ਔਰ ਪੱਤਰਕਾਰ ਗੁਰਦੀਪ ਸਿੰਘ ਨੇ ਸਾਡੇ ਨਾਲ ਫੋਨ ਲਾਈਨ ਤੇ। ਗੁਰਦੀਪ, ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਮਾਮਲੇ ਦੀ ਤਫਤੀਸ਼ ਕਿੱਥੋਂ ਤੱਕ ਪਹੁੰਚੀ ਹੈ ਔਰ ਕੀ ਕੁਝ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ? ਦੇਖੋ, ਜਿਹੜਾ ਲੁਧਿਆਣਾ ਬੰਬ ਬਲਾਸਟ ਮਾਮਲਾ ਜਿਸ ਤਰੀਕੇ ਨਾਲ ਇਸ ਦੀ ਤਹਿਕੀਕਾਤ ਚੱਲਦੀ ਪਈ ਹੈ, ਪਰਤ ਦਰ ਪਰਤ ਜਿਹੜੀ ਹੈ ਖੁੱਲਦੀ ਉਸ ਦੀ ਨਜ਼ਰ ਆ ਰਹੀ ਹੈ। ਜਿਹੜਾ ਇਹ ਮਾਮਲਾ ਜਦੋਂ ਜਰਮਨ ਨਾਲ ਇਸ ਦੇ ਤਾਰ ਜੁੜੇ ਤੇ ਜਸਵਿੰਦਰ ਮੁਲਤਾਨੀ ਜਿਹੜਾ ਹੈ ਉਸਦੀ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਤੇ ਦੱਸਿਆ ਜਾ ਰਿਹਾ ਕਿ ਮੈਂ ਆਪਣੇ ਘਰ ਬੈਠਾ ਆਰਾਮ ਨਾਲ, ਵੀ ਕੋਈ ਮੈਨੂੰ ਕਿਸੇ ਨੇ ਉਹ ਨਹੀਂ ਕੀਤਾ। ਪਰ ਹੁਣ ਜਿਹੜੀ ਹੈ ਇਹ ਸੂਚਨਾ ਮਿਲੀ ਹੈ ਕਿ ਇਹਨਾਂ ਦੀ ਟੀਮ ਵੱਲੋਂ FIR ਦੇ ਵਿੱਚ ਮੁਲਤਾਨੀ ਦਾ ਨਾਮ ਜੋੜ ਕੇ ਜਰਮਨ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ। ਤੇ ਹਜੇ ਜਿਹੜੇ ਹੈ ਕਈ ਇਸ ਦੀ ਪਰਤਾਂ ਖੁੱਲਣੀਆਂ ਬਾਕੀ ਨੇ। ਹਜੇ ਜਾਂਚ ਅਧਿਕਾਰੀ ਇਸ ਬਾਰੇ ਕੁਝ ਕਹਿਣ ਨੂੰ ਤਾਂ ਤਿਆਰ ਨਹੀਂ ਹੈ। ਬਟ ਹਾਂ, ਜਿਹੜੀ ਹੈ ਇਸ ਸੂਚਨਾ ਜਿਹੜੀ ਇਹ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਐਨਆਈਏ ਟੀਮ ਜਰਮਨ ਜਾਣ ਦੀ ਤਿਆਰੀ ਕਰਦੀ ਪਈ ਹੈ ਔਰ ਜਰਮਨ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਹੋ ਸਕਦਾ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਵੀ ਕੀਤੀ ਜਾਵੇ। ਜੀ ठीक है, शुक्रिया बहुत बहुत गुरदीप, तमाम जानकारी के लिए धन्यवाद है। और हुण जर्मनी जाके पुलिस के वल्लों सवाल जवाब एनआईए की टीम के वल्लों माफ करो सवाल जवाब किए जाएंगे और अगे की तफ्तीश की जाएगी। आगे बढ़ते हैं तो वड्डी खबर आ रही है भारत पाक सरहद तो जिथों शक्की गिरफ्तार किया गया। फिरोजपुर दे विच सरहद दे नेड़े BSF ने यह काबू किया और शक्की तो पिस्तौल ते कारतूस भी बरामद हुए ने। फिरोजपुर दे पिंड अक्कूवाला दा रहन वाला दस्सिया जा रहा है शक्की और आर्म्स एक्ट के तहत केस दर्ज भी कर लिया गया। अगे दी पुछगिछ भी की जा रही है। पर सवाल वड्डे ने कि आखिरकार रोजाना दियां अजिहियां घटनावां अजिहियां बरामदगियां जिहड़ियां ने कई तरह के सवाल खड़े करदियां ने, शक के घेरे विच लिआउंदियां ने सुरक्षा नूं पंजाब दी, खास तौर ते जदों सरहदी इलाकिਆਂ ते इस तरह की गिरफ्तारी होवे। ASO शक्की गिरफ्तार होया और इस तो पिस्तौल भी बरामद होया, कारतूस बरामद हुए ने और अगे दी तफ्तीश पुलिस करेगी कि किस मकसद दे लई ये पिस्तौल उसदी कॉल सी। और खास तौर ते जेकर गल करिए तां वसनीक जिहड़ा फिरोजपुर दे पिंड अक्कूवाला दा दस्सिया जा रहा है। अगे बढ़ते हैं तो गल करांगे 2022 की। सो राजा वड़िंग नूं लैके अहम खबर है। राजा वड़िंग दियां कलाकारां दे नाल मुलाकातां जारी ने। हुण परमीश वर्मा दे नाल वड़िंग ने मुलाकात की है। कल गिप्पी गरेवाल नूं राजा वड़िंग मिले सन। इस तो पहला गल की जाए तो सिद्धू मूसेवाला नूं
ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰਾ ਚੁੱਕੇ ਨੇ। ਸਿੱਧੂ ਮੂਸੇਵਾਲਾ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਿ ਰਾਜਾ ਵੜਿੰਗ ਉਹਨਾਂ ਦੇ ਬਹੁਤ ਚੰਗੇ ਮਿੱਤਰ ਨੇ ਔਰ ਦੱਸਣਾ ਦਿਲਚਸਪ ਹੈ ਖਾਸ ਤੌਰ ਤੇ ਕਿਉਂਕਿ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰਾਈ ਹੈ ਸਿੱਧੂ ਮੂਸੇਵਾਲਾ ਦੀ ਰਾਜਾ ਵੜਿੰਗ ਹੋਰਾਂ ਨੇ ਹੀ। ਔਰ ਹੁਣੇ ਪਰਮੀਸ਼ ਵਰਮਾ ਦੇ ਨਾਲ ਮੁਲਾਕਾਤ ਹੋਈ ਹੈ। ਰਾਜਾ ਵੜਿੰਗ ਨੇ ਅਹਿਮ ਭੂਮਿਕਾ ਉਸ ਸ਼ਮੂਲੀਅਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਕਰਾਈ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਇਹਨਾਂ ਤਸਵੀਰਾਂ ਤੇ ਵੀ ਲੱਗਦੇ ਨਜ਼ਰ ਆ ਰਹੇ ਨੇ। ਬੀਤੇ ਦਿਨ ਗਿੱਪੀ ਗਰੇਵਾਲ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਵਰਮਾ ਦੇ ਨਾਲ ਇਹ ਮੁਲਾਕਾਤ ਹੋਈ ਹੈ। ਸੋ ਦੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਪਾ ਰਹੇ ਹੋ, ਇੱਕ ਬੀਤੇ ਦਿਨ ਦੀ ਤਸਵੀਰ ਹੈ ਤੇ ਇੱਕ ਅੱਜ ਦੀ ਇਹ ਤਾਜ਼ਾ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਹੈ। ਹਾਲਿਆ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਾਫੀ ਚਰਚਾਵਾਂ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਤੇ ਕਈ ਕਲਾਕਾਰ ਨੇ ਕਿਉਂਕਿ ਇਹ ਮੁਲਾਕਾਤਾਂ ਹੋ ਰਹੀਆਂ ਨੇ ਔਰ ਜਦੋਂ ਕੋਈ ਕਲਾਕਾਰ ਵੱਡਾ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦਾ ਉਸ ਦਾ ਪੱਲਾ ਫੜਦਾ ਹੈ ਤਾਂ ਜਿਹੜੀ ਫੈਨ ਫੋਲੋਇੰਗ ਹੁੰਦੀ ਹੈ ਸੁਭਾਵਿਕ ਤੌਰ ਤੇ ਉਹ ਲੋਕ ਜਿਹੜੇ ਜੁੜੇ ਹੁੰਦੇ ਨੇ, ਬੇਸ਼ੱਕ ਉਹ ਨੌਜਵਾਨ ਹੋਣ, ਬੇਸ਼ੱਕ ਉਹ ਅਧਖੜ ਉਮਰ ਦੇ ਲੋਕ ਹੋਣ, ਤਾਂ ਇੱਕ ਕੰਸਰਨ ਵੀ ਜਿਹੜਾ ਉਸ ਪਾਰਟੀ ਦੇ ਨਾਲ ਜੁੜਦਾ ਹੈ ਸੁਭਾਵਿਕ ਤੌਰ ਤੇ ਕਿਉਂਕਿ ਜਦੋਂ ਕਲਾਕਾਰ ਦੇ ਨਾਲ ਜੁੜੇ ਹੁੰਦੇ ਨੇ। ਸੋ ਇਸ ਕਰਕੇ ਬੇहद ਅਹਿਮ ਰੋਲ ਅਦਾ ਕਰਦਾ ਹੈ ਜੇਕਰ ਕੋਈ ਕਲਾਕਾਰ ਜਿਹੜਾ ਕਿਸੇ ਪਾਰਟੀ ਦੇ ਵਿੱਚ ਆਉਂਦਾ ਹੈ। ਪਰ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ਮੂਲੀਅਤ ਹੋ ਰਹੀ ਹੈ, ਪਰ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਇਹ ਦੋ ਤਸਵੀਰਾਂ ਖੜੇ ਕਰ ਰਹੀਆਂ ਨੇ। ਗਿੱਪੀ ਗਰੇਵਾਲ ਹੋਰੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਮੁਲਾਕਾਤ ਦੇ ਦੌਰਾਨ ਔਰ ਦੂਸਰੀ ਤਸਵੀਰ ਪਰਮੀਸ਼ ਵਰਮਾ ਹੋਰਾਂ ਦੀ। ਸੋ ਫੋਨ ਲਾਈਨ ਤੇ ਨੇ ਪੰਕਜ ਕਪਾਈ, ਜ਼ਿਆਦਾ ਗੱਲਬਾਤ ਨਹੀਂ ਜੀ। ਪੰਕਜ, ਜੇਕਰ ਇਹਨਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਉਂਝ ਹੀ ਸਿਰਫ ਸੁਰਖੀਆਂ ਹੀ ਨਜ਼ਰ ਆਉਂਦੀਆਂ ਨੇ ਜਾਂ ਫਿਰ ਇਸ ਤੋਂ ਜ਼ਿਆਦਾ ਕੁਝ ਖਾਸ ਗੱਲ ਹੈ? ਦੇਖੋ, ਚੋਣਾਂ ਦੇ ਨੇੜੇ ਅਗਰ ਇਸ ਤਰੀਕੇ ਦੀ ਮੁਲਾਕਾਤ ਹੁੰਦੀ ਹੈ ਤਾਂ ਸਮੀਕਰਨ ਨਵੇਂ ਬੰਦੇ ਹੋਏ ਨਜ਼ਰ ਆ ਸਕਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਸਿੱਧੂ ਮੂਸੇਵਾਲਾ ਦੀ ਐਂਟਰੀ ਕਾਂਗਰਸ ਦੇ ਵਿੱਚ ਹੋਈ, ਹਰਭਜਨ ਸਿੰਘ ਹੋਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਮਿਲੇ, ਉਸ ਤੋਂ ਬਾਅਦ ਹਰਭਜਨ ਸਿੰਘ ਬਾਰੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਿਊਜ਼ 18 ਤੇ ਕਿਹਾ ਕਿ ਉਹ ਆ ਸਕਦੇ ਨੇ। ਤਾਂ ਹੁਣ ਰਾਜਾ ਵੜਿੰਗ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਐਂਟਰੀ ਕਾਂਗਰਸ ਦੇ ਵਿੱਚ ਕਰਾਈ, ਮਾਨਸਾ ਤੋਂ ਚੋਣ ਵੀ ਸਿੱਧੂ ਮੂਸੇਵਾਲਾ ਲੜ ਸਕਦੇ ਨੇ, ਉਹਨਾਂ ਨੇ ਹੁਣ ਗਿੱਪੀ ਗਰੇਵਾਲ ਜੋ ਇੱਕ ਬਿਹਤਰੀਨ ਕਲਾਕਾਰ ਨੇ, ਅਦਾਕਾਰ ਨੇ, ਗਾਇਕ ਨੇ, ਉਹਨਾਂ ਦੇ ਨਾਲ ਚੰਡੀਗੜ੍ਹ ਰਾਜਾ ਵੜਿੰਗ ਹੋਰਾਂ ਦੀ ਰਿਹਾਇਸ਼ ਦੇ ਵਿੱਚ ਮੁਲਾਕਾਤ ਹੁੰਦੀ ਹੈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਫੁਰਸਤ ਦੇ ਪਲ ਜਿਹੜੇ ਨੇ ਉਹ ਬਤੀਤ ਕੀਤੇ ਜਾ ਰਹੇ ਨੇ, ਲੇਕਿਨ ਚੋਣਾਂ ਦੇ ਮੱਦੇਨਜ਼ਰ ਮੁਲਾਕਾਤਾਂ ਬਹੁਤ ਅਹਿਮ ਨੇ ਕਿ ਗਿੱਪੀ ਗਰੇਵਾਲ ਹੁਣ ਕਾਂਗਰਸ ਚਾਹਣਗੇ ਜਾਂ ਫਿਰ ਗਿੱਪੀ ਗਰੇਵਾਲ ਸਿਰਫ ਪ੍ਰਚਾਰ ਕਰਨਗੇ ਜਾਂ ਫਿਰ ਇੱਕ ਵੈਸੇ ਨੈਚੁਰਲ ਮੁਲਾਕਾਤ ਜਿਹੜੀ ਹੈ ਉਹ ਰਹੀ ਹੈ। ਉਸ ਤੋਂ ਬਾਅਦ ਕੱਲ ਦੇਰ ਸ਼ਾਮ ਪਰਮੀਸ਼ ਵਰਮਾ ਦੇ ਘਰ ਵੀ ਰਾਜਾ ਵੜਿੰਗ ਹੋਰੀ ਜਾਂਦੇ ਨੇ ਕਿਉਂਕਿ ਪਰਮੀਸ਼ ਵਰਮਾ ਹੋਰਾਂ ਦਾ ਨਵਾਂ ਵਿਆਹ ਹੋਇਆ ਤਾਂ ਉੱਥੇ ਮਿਲਣ ਜਾਂਦੇ ਨੇ ਪਰਮੀਸ਼ ਵਰਮਾ ਹੋਰਾਂ ਨੂੰ। ਹਾਲਾਂਕਿ ਕੋਈ ਅਦਾਕਾਰ ਵੱਲੋਂ ਇਸ ਤੇ ਐਕਸ਼ਨ ਨਹੀਂ ਆਇਆ ਕਿ ਕਿਸ ਤਰੀਕੇ ਨਾਲ ਇਸ ਮੀਟਿੰਗਾਂ ਨੂੰ ਦੇਖਿਆ ਜਾਵੇ, ਲੇਕਿਨ ਚੋਣਾਂ ਦੇ ਮੱਦੇਨਜ਼ਰ ਕੋਈ ਵੀ ਮੀਟਿੰਗ ਜਿਹੜੀ ਬੇਹੱਦ ਅਹਿਮ ਹੋ ਜਾਂਦੀ। ਹਾਲਾਂਕਿ ਕੁਝ ਦਿਨ ਪਹਿਲਾਂ ਅਸੀਂ ਇਹ ਵੀ ਦੇਖਿਆ ਸੀਗਾ ਕਿ ਗਿੱਪੀ ਗਰੇਵਾਲ ਦੀ ਇੱਕ ਫਿਲਮ ਆਈ ਸੀ, ਉਸ ਵੇਲੇ ਵੀ ਪੰਜਾਬ ਦੀ ਸਿਆਸਤ ਬਾਰੇ ਉਹ ਗੁਰਪ੍ਰੀਤ ਹੋਰਾਂ ਦੇ ਨਾਲ ਚਰਚਾ ਕਰਦੇ ਹੋਏ ਨਜ਼ਰ ਆਏ ਸੀਗੇ ਕਿ ਕਿਸ ਤਰੀਕੇ ਨਾਲ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ, ਕਿਸ ਤਰੀਕੇ ਨਾਲ ਲੀਡਰਾਂ ਨੂੰ ਕੰਮ ਕਰਨਾ ਚਾਹੀਦਾ ਔਰ ਕਿਹੜੇ ਮੁੱਦਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਉਸ ਵੇਲੇ ਇਹ ਵੀ ਨਜ਼ਰ ਆਇਆ ਸੀ ਕਿ ਭਗਵੰਤ ਮਾਨ ਹੋਰਾਂ ਦੀ ਤਾਰੀਫ ਜਿਹੜਾ ਵਾ ਕੀਤੀ ਗਈ ਸੀਗੀ ਗੁਰਪ੍ਰੀਤ ਘੁੱਗੀ ਹੋਰਾਂ ਵੱਲੋਂ। ਤਾਂ ਇਹ ਮੁਲਾਕਾਤਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਕਲਾਕਾਰ ਜਾਂ ਨਵੀਆਂ ਐਂਟਰੀਆਂ ਵੀ ਕਾਂਗਰਸ ਦੇ ਅੰਦਰ ਹੋ ਸਕਦੀਆਂ। ठीक है पंकज, शुक्रिया तमाम गलबात के लिए, धन्यवाद है। और वाकई ही चर्चावां जिहड़ियां ने उठनियां सुभाविक ने क्योंकि इस नूं एक सरसरी मुलाकात भी वेख्या जा सकता है, पर 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਇਹ ਮੁਲਾਕਾਤਾਂ ਨੂੰ ਲੈ ਕੇ ਸਵਾਲ ਵੀ ਔਰ ਚਰਚਾਵਾਂ ਵੀ ਸੁਭਾਵਿਕ ਤੌਰ ਤੇ ਉੱਠਣੀਆਂ ਲਾਜ਼ਮੀ ਨੇ। ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ 2022 ਦੇ ਹੀ ਚੋਣ ਅਖਾੜੇ ਦੀ। ਸੋ ਸਿੱਧੂ ਦੇ ਖਿਲਾਫ ਮਜੀਠੀਆ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਮੰਗ ਉੱਠ ਰਹੀ ਹੈ। ਅੰਮ੍ਰਿਤਸਰ ਦੇ ਅਕਾਲੀ ਆਗੂ ਤਨਬੀਰ ਗਿੱਲ ਨੇ ਇਹ ਮੰਗ ਕੀਤੀ ਹੈ ਕਿ ਸਿੱਧੂ ਦੇ ਖਿਲਾਫ ਵਿਕਰਮ ਮਜੀਠੀਆ ਨੂੰ ਉਤਾਰਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਅਪੀਲ ਕੀਤੀ ਹੈ। ਇਸ ਵੇਲੇ ਦੀ ਖਬਰ ਚੋਣ ਅਖਾੜੇ ਨੂੰ ਲੈ ਕੇ ਕਹਿ ਸਕਦੇ ਹਾਂ ਮਜੀਠੀਆ ਲੜਨ ਸਿੱਧੂ ਦੇ ਸਾਹਮਣੇ ਚੋਣ ਤਨਬੀਰ ਮੰਗ ਕਰਦੇ ਹੋਏ ਨਜ਼ਰ ਆਏ ਨੇ। ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਉਮੀਦਵਾਰ ਨੇ ਤਨਬੀਰ ਗਿੱਲ। ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅੰਮ੍ਰਿਤਸਰ ਈਸਟ ਤੋਂ ਹੀ ਚੋਣ ਲੜਦੇ ਆਏ ਨੇ ਔਰ ਮਜੀਠੀਆ ਔਰ ਦੀ ਗੱਲ ਕਰੀਏ ਤਾਂ ਉਹ ਮਜੀਠੀਆ ਹਲਕੇ ਤੋਂ ਹੀ ਜਿਹੜੀ ਹੈ ਉਹ ਚੋਣ ਲੜਦੇ ਨੇ। ਪਰ ਇਸ ਵਾਰ ਜਿਹੜੀ ਮੰਗ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਠੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਕਰਮ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਦੂਜੇ ਤੇ ਬਿਆਨਬਾਜ਼ੀ ਜਿਹੜੀ ਹੈ ਉਹ ਅਕਸਰ ਵੇਖਣ ਨੂੰ ਮਿਲਦੀ ਹੈ। ਜਿੱਥੇ ਵਿਕਰਮ ਮਜੀਠੀਆ ਨਵਜੋਤ ਸਿੱਧੂ ਨੂੰ ਲੈ ਕੇ ਤੰਜ ਕੱਸਦੇ ਨੇ ਠੋਕੋ ਤਾਲੀ ਦਾ, ਤਾਂ ਉੱਥੇ ਦੂਸਰੇ ਪਾਸੇ ਨਵਜੋਤ ਸਿੱਧੂ ਹੋਰਾਂ ਦੇ ਵੱਲੋਂ ਵੀ ਲਗਾਤਾਰ ਹੁਣ ਮਜੀਠੀਆ ਮਾਮਲੇ ਦੇ ਵਿੱਚ ਇੱਕ ਠੋਕ ਕੇ ਬੇਬਾਕੀ ਦੇ ਨਾਲ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਹੀ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਤੇ ਅਸਤੀਫੇ ਦਾ ਮੁੱਲ ਪਿਆ
ਔਰ ਖਾਸ ਤੌਰ ਤੇ FIR ਦਰਜ ਤੋਂ ਬਾਅਦ ਵੀ ਕਈ ਵਾਰ ਦਮ ਭਰ ਚੁੱਕੇ ਨੇ ਕਿ ਹਿੰਮਤ ਹੋਣੀ ਚਾਹੀਦੀ ਹੈ, ਦਮ ਹੋਣਾ ਚਾਹੀਦਾ ਜਦੋਂ ਕਿਸੇ ਵੱਡੇ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲੈਣਾ ਹੋਵੇ, ਉਸ ਤੇ ਕਾਰਵਾਈ ਕਰਾਉਣੀ ਹੋਵੇ। ਸੋ ਇਸ ਤਰ੍ਹਾਂ ਦਾ ਆਪਸੀ ਬਿਆਨ ਜਿਹੜਾ ਅਕਸਰ ਵੇਖਣ ਨੂੰ ਮਿਲਦਾ, ਪਰ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਵੀ ਤਸਵੀਰ ਨਜ਼ਰ ਆਈ ਸੀ, ਉਹ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਕਿਵੇਂ ਉੱਥੇ ਇੱਕਦਮ ਤੋਂ ਜਿਹੜੀ ਗੱਲਬਾਤ ਹੈ ਕਾਫੀ ਹੱਦ ਤੱਕ ਪਹੁੰਚ ਗਈ ਸੀ। ਕਈ ਤਰ੍ਹਾਂ ਦੇ